ਚੈਨਲ ਤੂੰ ਸਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ, ਆਦਾਬ, ਨਮਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੂਲ ਮਾਲਕ ਪਰਮ ਪਿਤਾ ਪਰਮਾਤਮਾ ਦੀ ਰਹਿਮਤ ਸਦਕਾ ਹਰ ਰੋਜ਼ ਦੀ ਤਰ੍ਹਾਂ ਅੱਜ ਜਿਸ ਸੁਗੜ ਵਿਚਾਰ ਨੂੰ ਅਸੀਂ ਆਪ ਜੀ ਦੇ ਸਨਮੁਖ ਲੈ ਹਾਜ਼ਰ ਹੋਏ ਹਾਂ, ਇਸ ਵਿਚਾਰ ਦਾ ਸਿਰਲੇਖ ਸਿਖਾਵਤ ਦੀ ਸਿਖਰਤਾ। ਤੇ ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਸੁਗੜ ਵਿਚਾਰ ਦੀ ਇਸੇ ਹੀ ਵਿਚਾਰ ਬਾਬਤ ਲਿਖੀਆਂ ਹੋਈਆਂ ਕੁਝ ਸਤਰਾਂ ਤੋਂ। ਉਦਮ ਵੱਲੋਂ ਕਰ ਕਿਨਾਰਾ, ਜੀਵਨ ਬਾਜੀ ਜਿਤਨੋਂ ਰਹਿ ਜਾਈ ਨਾ, ਇਸ ਭਵਜਲ ਦੀ ਘੁੰਮਣ ਘੇਰੀ ਚੋਂ ਤੂੰ ਹਿੰਮਤ ਪੱਖੋਂ ਟਹਿ ਜਾਈ ਨਾ। ਬਿਨਾਂ ਸਖਾਵਤ ਮਸਲੇ ਹੱਲ ਨਹੀਂ ਹੁੰਦੇ, ਕਿਸੇ ਉਲਝਣ ਦੇ ਵਿੱਚ ਪੈ ਜਾਈ ਨਾ। ਮਨ ਬੀਰ ਕਾਮਲ ਗੁਰ ਮੁਰਸ਼ਦ ਦੇ ਬਾਝੋਂ, ਕਿਤੇ ਮੰਜ਼ਿਲ ਦੀ ਲੀਹੋਂ ਲੈ ਜਾਈ ਨਾ, ਕਿਤੇ ਮੰਜ਼ਿਲ ਦੀ ਲੀਹੋਂ ਲੈ ਜਾਈ ਨਾ। ਕੋਈ ਵੀ ਸਿਖਾਵਤ ਗੁਰ ਬਣਨ ਤੋਂ ਪਹਿਲਾਂ ਅਨੇਕਾਂ ਹੀ ਪੜਾਵਾਂ ਚੋਂ ਲੰਘਦਿਆਂ ਤਜਰਬੇ ਨੂੰ ਹਾਸਲ ਕਰਦਿਆਂ ਤਜਰਬੇ ਦੀ ਸਿਖਰਤਾ ਜਾਨੀ ਕਿ ਗੁਰ ਨੂੰ ਹਾਸਲ ਹੁੰਦੀ ਹੈ, ਜਾਂ ਕਹਿ ਸਕਦੇ ਹਾਂ ਕਿ ਫਿਰ ਜਾ ਕੇ ਤਜਰਬਾ ਗੁਰ ਬਣਦਾ ਹੈ। ਹੁਣ ਜੇ ਗੱਲ ਕਰੀਏ ਮਨੁੱਖ ਜਾਤੀ ਦੀ, ਤੇ ਮਨੁੱਖ ਕੋਲ ਕੁਦਰਤੀ ਤੌਰ ਤੇ ਸਮਝ ਦੀ ਉਹ ਗਹਿਰਾਈ ਮੌਜੂਦ ਹੈ ਜਿਸ ਸਮਝ ਦੇ ਨਾਲ ਇਹ ਕਿਸੇ ਵੀ ਹੁਨਰ ਤਰਾਸ਼ੀ ਜਾਂ ਕਲਾ ਦੇ ਵਿੱਚ ਮੁਹਾਰਤ ਹਾਸਲ ਕਰ ਸਕਦਾ ਹੈ। ਤੇ ਤਕਰੀਬਨ ਹਰ ਇਨਸਾਨ ਕੋਲ ਉਹਦੀ ਸਮਝ ਦੇ ਮੁਤਾਬਿਕ ਕੋਈ ਨਾ ਕੋਈ ਤਜਰਬਾ ਗੁਰ ਰੂਪ ਦੇ ਵਿੱਚ ਮੌਜੂਦ ਹੁੰਦਾ ਹੈ। ਹੁਣ ਜੇ ਗੱਲ ਕਰੀਏ ਸਿਖਾਵਤ ਦੀ, ਤੇ ਸਿਖਾਵਤ ਬੱਚੇ ਦੇ ਬਚਪਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਬੱਚੇ ਦੇ ਡਗਮਗਾਉਂਦੇ ਕਦਮਾਂ ਨੂੰ ਉਹਦੇ ਮਾਂ-ਬਾਪ ਵੱਲੋਂ ਸਹਾਰਾ ਦੇ ਕੇ ਉਹਦੇ ਹੱਥਾਂ ਵਿੱਚ ਫੜ ਉਸਦੀ ਤੋੜ ਨੂੰ ਪੱਕੀ ਕਰਨ ਦੀ, ਜਾਨੀ ਕਿ ਉਸਨੂੰ ਤੁਰਨ ਦੀ ਸਿਖਾਵਤ ਸਿਖਾਈ ਜਾਂਦੀ ਹੈ। ਬੜੀ ਹੀ ਜਦੋਜਹਿਦ ਤੇ ਬੜੀ ਹੀ ਮਿਹਨਤ ਕਰ ਇੱਕ ਸ਼ਬਦ ਨੂੰ ਸਿਖਾ ਉਸਦੀ ਬੋਲ ਕਲਾ ਨੂੰ ਨਿਖਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੇ ਬੱਚੇ ਦੇ ਹੱਥਾਂ ਨੂੰ ਆਪਣੇ ਹੱਥਾਂ ਦੇ ਵਿੱਚ ਫੜ ਲਿਖਤ ਕਲਮ ਦੁਆਰਾ ਉਸਨੂੰ ਲਿਖਣ ਦੀ ਸਿਖਾਵਤ ਸਿਖਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ। ਨਿੱਕੀ ਨੋਕਾ ਟੋਕੀ ਕਰ ਸਾਰਾ ਦਿਨ ਬੱਚੇ ਨੂੰ ਚੰਗੇ ਮਾੜੇ, ਸਹੀ ਗਲਤ, ਨਫੇ ਨੁਕਸਾਨ ਦੀ ਪਹਿਚਾਣ ਕਰਾਉਣੀ, ਸਮਝ ਦੇਣੀ, ਇਹ ਵੀ ਤਾਂ ਸਿਖਾਵਤ ਦਾ ਹੀ ਇੱਕ ਪੱਖ ਕਿਹਾ ਜਾ ਸਕਦਾ ਹੈ। ਤੇ ਫਿਰ ਘਰ ਤੋਂ ਬਾਅਦ ਸਕੂਲ, ਕਾਲਜ, ਯੂਨੀਵਰਸਿਟੀਜ਼ ਸਿਖਾਵਤ ਦੀ ਸੀੜੀ ਬਣ ਟਾਈਮ ਟੂ ਟਾਈਮ ਇਨਸਾਨ ਦੀ ਸਮਝ ਵਿੱਚ, ਇਨਸਾਨ ਦੀ ਜ਼ਿਹਨੀਅਤ ਵਿੱਚ ਇਜ਼ਾਫਾ ਕਰਦੇ ਰਹਿੰਦੇ ਨੇ। ਕਿਹਾ ਜਾਂਦਾ ਹੈ ਕਿ ਇੱਕ ਚੰਗੇ ਉਸਤਾਦ ਦਾ ਚੰਡਿਆ ਕਦੀ ਵੀ ਮਾਰ ਨਹੀਂ ਖਾਂਦਾ। ਇਸੇ ਲਈ ਜੀਵਨ ਦੇ ਹਰ ਪੱਖ ਦੀ ਸਿਖਾਵਤ ਨੂੰ ਲੈ ਕੇ ਇੱਕ ਚੰਗੇ ਉਸਤਾਦ, ਪਰਫੈਕਟ ਟੀਚਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਿਉਂਕਿ ਇੱਕ ਪਰਫੈਕਟ ਸਮਝ ਹੀ ਜੀਵਨ ਦੀਆਂ ਨਿੱਕੀਆਂ ਬਰੀਕੀਆਂ ਦਾ ਵੱਲ ਸਿਖਾ ਸਮਝ ਨੂੰ, ਸਿਖਾਵਤ ਨੂੰ ਤਜਰਬੇ ਤੋਂ ਗੁਰ ਤੱਕ ਲੈ ਕੇ ਜਾਂਦੀ ਹੈ। ਦੁਨਿਆਵੀ ਪੱਖ ਤੋਂ ਅਸੀਂ ਕਿਸੇ ਵੀ ਕਲਾ ਨੂੰ ਸਿੱਖਣ ਦੇ ਲਈ ਇੱਕ ਪਰਫੈਕਟ ਟੀਚਰ ਤਾਂ ਲੱਭਦੇ ਹਾਂ ਤਾਂ ਜੋ ਸਿਖਾਵਤ ਦੀ ਸਿਖਰਤਾ ਤੱਕ ਪਹੁੰਚ ਅਸੀਂ ਉਸ ਕਾਮਯਾਬੀ ਨੂੰ ਹਾਸਲ ਕਰ ਸਕੀਏ ਜਿਸ ਨਾਲ ਸਾਡਾ ਆਉਣ ਵਾਲਾ ਭਵਿੱਖ ਸੰਵਰ ਸਕੇ। ਜ਼ਿਆਦਾਤਰ ਅਸੀਂ ਆਪਣੇ ਭਵਿੱਖ ਨੂੰ ਜੋੜਦੇ ਹਾਂ ਜੀਵਨ ਦੇ ਜਿਉਂਦੇ ਕਾਲ ਤੱਕ, ਮਤਲਬ ਜਿੱਥੋਂ ਤੱਕ ਅਸੀਂ ਜੀਵਨ ਜਿਉਣਾ ਹੈ, ਜਾਂ ਕਹਿ ਸਕਦੇ ਹਾਂ ਕਿ ਜੀਵਨ ਦੇ ਜੋ 3 ਪੜਾਅ ਕਹੇ ਜਾਂਦੇ ਨੇ, ਬਚਪਨ, ਜਵਾਨੀ ਤੇ ਬੁਢੇਪਾ, ਇਸ ਅਖੀਰੀ ਪੜਾਅ ਬੁਢੇਪੇ ਤੱਕ। ਪਰ ਭਵਿੱਖ ਨੂੰ ਅਸੀਂ ਕੇਵਲ ਤੇ ਕੇਵਲ ਜੀਵਨ ਦੇ ਜਿਉਂਦੇ ਕਾਲ ਤੱਕ ਹੀ ਸੀਮਤ ਨਹੀਂ ਰੱਖ ਸਕਦੇ, ਕਿਉਂਕਿ ਮੌਤ ਕਾਲ ਵੀ ਸਾਡੇ ਇਸੇ ਹੀ ਆਉਣ ਵਾਲੇ ਭਵਿੱਖ ਦੇ ਨਾਲ ਜੁੜਿਆ ਹੋਇਆ ਹੈ। ਤੇ ਜੇ ਜੀਵਨ ਦੇ ਜਿਉਣ ਲਈ ਸਾਨੂੰ ਉਹ ਸਿਖਾਵਤ ਸਿੱਖਣੀ ਜ਼ਰੂਰੀ ਹੈ ਜਿਸ ਨਾਲ ਸਾਡਾ ਭਵਿੱਖ ਸੰਵਰ ਜਾਵੇ, ਤੇ ਫਿਰ ਜੀਵਨ ਦੇ ਅਖੀਰ ਨੂੰ ਸਵਾਰਨ ਦੇ ਲਈ ਰੂਹਾਨੀਅਤ ਪੱਖ ਤੋਂ ਮਨੁੱਖਾ ਜੀਵਨ ਦੇ ਨਾਲ ਜੁੜੇ ਹੋਏ ਮਕਸਦ ਵਿੱਚ ਕਾਮਯਾਬੀ ਹਾਸਲ ਕਰਨ ਦੇ ਲਈ ਵੀ ਤੇ ਉਹ ਸਿਖਾਵਤ ਸਿੱਖਣੀ ਜ਼ਰੂਰੀ ਹੈ ਜਿਸ ਨਾਲ ਮੌਤ ਤੋਂ ਬਾਅਦ ਸਾਡਾ ਅਗਲਾ ਆਉਣ ਵਾਲਾ ਭਵਿੱਖ ਸੰਵਰ ਸਕੇ। ਕਿਉਂਕਿ ਇਸ ਮਨੁੱਖਾ ਦੇਹੀ ਦੀ ਕਾਮਯਾਬੀ ਜੁੜੀ ਹੀ ਇਸ ਪੱਖ ਦੇ ਨਾਲ ਹੈ। ਮਾਨਸ ਦੇ ਬੋਹਰ ਨ ਪਾਵੈ, ਕਛੂ ਉਪਾਉ ਮੁਕਤ ਕਾ ਕਰ ਰੇ, ਨਾਨਕ ਕਹਿਤ ਗਾਏ ਕਰੁਣਾ ਮੈਂ, ਭਵ ਸਾਗਰ ਕੇ ਪਾਰ ਉਤਰ ਰੇ। ਇਸ ਦੇਹੀ ਨੂੰ ਇਸ ਭਵਜਲ ਜੂਨੀ ਚੋਂ ਮੁਕਤ ਕਰਾਉਣ ਦੇ ਲਈ ਜਿਸ ਸਿਖਾਵਤ ਦੀ ਲੋੜ ਏ, ਉਹ ਸਿਖਾਵਤ ਵੀ ਬਿਨਾਂ ਉਸਤਾਦ, ਬਿਨਾਂ ਗੁਰ, ਬਿਨਾਂ ਗੁਰੂ ਦੇ ਇਨਸਾਨੀ ਜ਼ਿਹਨੀਅਤ, ਇਨਸਾਨੀ ਸਮਝ ਦੀ ਪਕੜ ਵਿੱਚ ਨਹੀਂ ਆ ਸਕਦੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਭਾਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਇਸ ਕਾਇਆ ਦੇ ਵਿੱਚ ਕਾਦਰ ਦਾ ਵਾਸ ਆ, ਭਾਵੇਂ ਕਿ ਅਸੀਂ ਇਹ ਗੱਲ ਵੀ ਜਾਣਦੇ ਹਾਂ ਕਿ ਆਤਮਾ ਪਰਮਾਤਮਾ ਦੀ ਅੰਸ਼ ਆ, ਪਰ ਕਾਇਆ ਚੋਂ ਕਾਦਰ ਨੂੰ ਖੋਜਣਾ ਕਿੱਦਾਂ ਆ, ਆਤਮਾ ਨੂੰ ਪਰਮਾਤਮਾ ਤੱਕ ਪਹੁੰਚਾਉਣਾ ਕਿੱਦਾਂ ਆ,
ਇਹ ਗੱਲ ਬਿਨਾਂ ਗੁਰ ਗਿਆਨ ਤੋਂ ਸਾਡੀ ਸਮਝ ਦੇ ਹਿੱਸੇ ਕਦੀ ਨਹੀਂ ਆ ਸਕਦੀ। ਧੁਨ 'ਚ ਧਿਆਨ ਕਿੱਦਾਂ ਲਾਉਣਾ ਆ, ਜਿਉਂਦੇ ਜੀ ਮੁਕਤ ਕਿੱਦਾਂ ਹੋਣਾ ਆ, ਸ਼ਬਦ ਨੂੰ ਸੁਰਤ ਵਿੱਚ ਕਿੱਦਾਂ ਜੜਨਾ ਆ, ਅਨਹਦ ਧੁਨੀ ਦੀ ਧੁਨਕਾਰ ਕਿਵੇਂ ਸੁਣਨੀ ਆ, ਇਹ ਸਭ ਅੰਦਰ ਦੀਆਂ ਉਹ ਬਰੀਕੀਆਂ ਨੇ ਜੋ ਸਿਰਫ ਤੇ ਸਿਰਫ ਉਹੀ ਦੱਸ ਸਕਦਾ ਏ ਜਿਸ ਨੇ ਇਹਨਾਂ ਬਰੀਕੀਆਂ ਨੂੰ ਖੋਜਿਆ ਤੇ ਅੰਦਰੋਂ ਮਾਣਿਆ ਹੋਏਗਾ। ਇਸ ਲਈ ਜਿਵੇਂ ਦੁਨਿਆਵੀ ਪੱਖ ਤੋਂ ਕਿਸੇ ਸਿਖਾਵਤ ਦੇ ਲਈ ਚੰਗੇ ਤੇ ਪਰਫੈਕਟ ਟੀਚਰ ਦੀ ਲੋੜ ਏ, ਇਸੇ ਹੀ ਤਰ੍ਹਾਂ ਰੂਹਾਨੀਅਤ ਪੱਖ ਤੇ ਵੀ ਚੰਗੇ ਤੇ ਪਰਫੈਕਟ ਟੀਚਰ ਦਾ, ਗੁਰੂ ਦਾ ਹੋਣਾ ਬੜਾ ਹੀ ਜ਼ਰੂਰੀ ਏ ਅੰਦਰ ਦੀਆਂ ਬਰੀਕੀਆਂ ਨੂੰ ਸਿੱਖਣ ਦੇ ਲਈ। ਇਸ ਲਈ ਸਿਖਾਵਤ ਦੇ ਪੱਖ ਨੂੰ ਸਿਰਫ ਤੇ ਸਿਰਫ ਦੁਨਿਆਵੀ ਸਿਖਾਵਤ ਦੇ ਸਿੱਖਣ ਤੱਕ ਹੀ ਸੀਮਤ ਰੱਖ ਕੇ ਨਹੀਂ ਵੇਖ ਸਕਦੇ, ਬਲਕਿ ਇਸ ਸਾਹਾਂ ਦੇ ਜੀਵਨ ਦੀ ਮੌਜੂਦਗੀ ਦੇ ਰਹਿੰਦਿਆਂ ਗੁਰਵਿਧੀ ਦੁਆਰਾ ਉਸ ਸਿਖਾਵਤ ਨੂੰ ਸਿੱਖਣਾ ਵੀ ਬੜਾ ਹੀ ਜ਼ਰੂਰੀ ਏ, ਜੋ ਸਿਖਾਵਤ ਇਸ ਜੀਵਨ ਤੋਂ ਬਾਅਦ ਅਗਲੇ ਜੀਵਨ ਲਈ ਸਾਡੀ ਜ਼ਰੂਰਤ ਆ। ਇਸ ਲਈ ਬਿਨਾਂ ਇਸ ਪਹਿਲੂ ਨੂੰ ਅਣਗੌਲਿਆਂ ਤੇ ਬਿਨਾਂ ਅਵੇਸਲੇਪਨ ਦੇ ਇਸ ਸਾਹਾਂ ਦੇ ਜੀਵਨ ਦੀ ਮੌਜੂਦਗੀ ਦੇ ਵਿੱਚ ਹੀ ਆਪਣੀ ਉਸ ਜ਼ਰੂਰੀ ਸਿਖਾਵਤ ਨੂੰ ਸਿੱਖਣ ਵੱਲ ਤਵੱਜੋਸ਼ੁਦਾ ਹੋ ਜਾਈਏ, ਜਿਸ ਸਿਖਾਵਤ ਦੇ ਸਿੱਖਿਆ ਅਸਲ ਮਾਇਨੇ ਵਿੱਚ ਸਾਡਾ ਭਵਿੱਖ ਸਦਾ ਲਈ ਸਵਰ ਸਕਦਾ ਹੈ। ਸਤਿ ਸ੍ਰੀ ਅਕਾਲ।